गंदम में जहाँ जहाँ पे भी हमने एजी वर्मी कंपोस्ट का इस्तेमाल करवाया था, माशाल्लाह बहुत अच्छा रिजल्ट आया। कहीं से 6 मन, कहीं से 7 मन, कहीं से 5 मन गंदम ज्यादा आई थी जी। तो हमें 8 मन चावल की फसल 515 सुपर बासमती की ज्यादा हासिल हुई। हमने बहुत सारे इसके टिलर्स गिने हैं जो केमिकल खाद से हैं वो तैयार कर रहे, वो 18 से लेके 22 तक आ रहे हैं, और जो एजी वर्मी कंपोस्ट से तैयार हो रहा है उसके टिलर आ रहे हैं 28-29 तक। अब ये वाज़िया तौर पे फर्क है, आप फसल आके खुद भी देख सकते हैं। एजी वर्मी कंपोस्ट का इस्तेमाल करें, अपनी फसलों को ऑर्गेनिक करें और ज्यादा फसल हासिल करें। ਸਾਡੇ ਕੋਲ 2 ਏਕੜ ਦਾ ਪਲਾਟ ਸੀ, ਅਸੀਂ 1 ਏਕੜ ਡੀਏਪੀ ਦਿੱਤੀ ਆ, ਦੂਸਰੀ ਏਕੜ ਅਸੀਂ ਵਰਮਿੰਗ ਕੰਪੋਸਟ ਦਿੱਤੀ। ਵਰਮਿੰਗ ਕੰਪੋਸਟ ਦਾ ਸਾਨੂੰ ਬਹੁਤ ਅੱਛਾ ਰਿਜ਼ਲਟ ਮਿਲਿਆ ਜੀ। ਉਹਦੇ ਸਾਡਾ ਪੱਤਾ ਤੁਸੀਂ ਦੇਖੋਗੇ ਮਾਸ਼ਾਅੱਲਾ ਬਹੁਤ ਜ਼ਬਰਦਸਤ ਪੱਤਾ ਹੋਇਆ ਜੀ। ਇਹਦੀ ਹਾਈਟ ਤੁਸੀਂ ਚੈੱਕ ਕਰੋ ਤਕਰੀਬਨ, ਕਿਉਂਕਿ ਇਸ ਸਾਲ ਟੈਂਪਰੇਚਰ ਅਪ ਰਿਹਾ ਹੈ, ਸਾਰੇ ਜਿਹੜੇ ਡੀਏਪੀ ਜਿਹਨਾਂ ਖਾਦਾਂ ਦੂਸਰੀਆਂ ਦਿੱਤੀਆਂ ਉਹਦੇ ਨਾਲੋਂ ਆਪਣਾ ਤਕਰੀਬਨ 2 ਫੁੱਟ 1.5 ਫੁੱਟ ਕੱਦ ਵੀ ਜ਼ਿਆਦਾ, ਤੇ ਛੱਲੀ ਦਾ ਮਾਸ਼ਾਅੱਲਾ ਜੀ ਆਹ ਸਾਈਜ਼ ਤੁਸੀਂ ਚੈੱਕ ਕਰੋ। ਆਹ ਤੁਸੀਂ ਖੋਲ ਕੇ ਤੁਹਾਨੂੰ ਮੈਂ ਦਿਖਾਣਾ, ਆਹ ਜ਼ਬਰਦਸਤ ਦੇਖੋ ਜੀ ਮਾਸ਼ਾਅੱਲਾ ਥੱਲੋਂ ਮਾਸ਼ਾਅੱਲਾ ਜੀ। ਹਾਂਜੀ ਆਹ ਜੀ ਦੇਖਿਆ ਨਾ ਜੀ ਤੁਸੀਂ, ਜਿੰਨਾ ਇੱਕ ਦਾਣੇ ਦਾ ਸਾਈਜ਼ ਇੱਥੋਂ ਅੱਛਾ ਜੀ, ਤੋੜ ਤੱਕ ਜੀ ਤੁਸੀਂ ਜਾਓਗੇ ਉਵੇਂ ਹੀ ਅੱਛਾ ਜੀ ਮਾਸ਼ਾਅੱਲਾ, ਬਹੁਤ ਹੀ ਜ਼ਬਰਦਸਤ। ਆਹ ਤੁਸੀਂ ਸਾਈਜ਼ ਚੈੱਕ ਕਰ ਲਓ, ਆਹ ਵੀ ਦੇਖੋ ਜੀ, ਆਹ ਦੇਖੋ ਜੀ ਮਾਸ਼ਾਅੱਲਾ ਜ਼ਬਰਦਸਤ। ਤੁਸੀਂ ਇਹਦੀ ਮੋਟਾਈ ਚੈੱਕ ਕਰੋ ਜੀ ਮਾਸ਼ਾਅੱਲਾ। ਅਸੀਂ ਅੱਗੇ ਡੀਏਪੀ ਇਸਤੇਮਾਲ ਕਰਦੇ ਰਹੇ ਹਾਂ, ਸਾਨੂੰ ਇੰਨਾ ਅੱਛਾ ਰਿਜ਼ਲਟ ਨਹੀਂ ਮਿਲਿਆ ਜਿੰਨਾ ਵਰਮਿੰਗ ਕੰਪੋਸਟ ਦਾ ਸਾਨੂੰ ਰਿਜ਼ਲਟ ਮਿਲਿਆ। ਉਸ ਤੋਂ ਬਾਅਦ ਇਹ ਬਾਹਰ ਦੇ ਨਾਲ ਤੁਸੀਂ ਅੰਦਰ ਵੀ ਆ ਜਾਓਗੇ ਨਾ ਜੀ, ਆਹ ਤੁਸੀਂ ਚੈੱਕ ਕਰੋ, ਇਹ ਵੀ ਇਸੇ ਤਰ੍ਹਾਂ ਮਾਸ਼ਾਅੱਲਾ ਸਾਰੇ ਜਿਹੜੇ ਹੈ ਨੇ, ਆਹ ਦੇਖੋ ਕਲਰ ਦੇਖੋ ਮਾਸ਼ਾਅੱਲਾ। ਐਂਡ ਤੱਕ ਤੁਸੀਂ ਜਾਓਗੇ ਨਾ ਜੀ, ਵਰਮਿੰਗ ਕੰਪੋਸਟ ਦਾ ਇਹ ਆ ਵੀ ਸਾਨੂੰ ਨਾ ਕੱਦ, ਹਾਈਟ ਤੇ ਕਲਰ ਬਹੁਤ ਜ਼ਬਰਦਸਤ ਹੈ, ਕਿਉਂਕਿ ਅਸੀਂ ਸੈਲੇਜ ਬਣਾਉਣਾ ਹੁੰਦਾ ਫਾਰਮਿੰਗ ਵਾਸਤੇ। ਮੈਂ ਭਰਾਵਾਂ ਨੂੰ ਇਹੀ ਮਸ਼ਵਰਾ ਦਿਆਂਗਾ ਵੀ ਇਹ ਵਰਮਿੰਗ ਕੰਪੋਸਟ ਸਭ ਨਾਲੋਂ ਬੈਸਟ ਹੈ। ਖਾਦਾਂ ਤੋਂ ਇੰਨੀਆਂ ਮਹਿੰਗੀਆਂ ਖਾਦਾਂ ਨੇ, ਉਹਨਾਂ ਤੋਂ ਜਾਨ ਛਡਾਓ, ਵਰਮਿੰਗ ਕੰਪੋਸਟ ਤੇ ਆਓ, ਇਨਸ਼ਾਅੱਲਾ ਤੁਹਾਨੂੰ ਬੜੀ ਅੱਛੀ ਫਸਲ ਮਿਲਿਆ ਕਰੇ। ਵਰਮੀ ਕੰਪੋਸਟ ਦਾ ਜਿਹੜਾ ਤੁਹਾਡਾ ਤਜਰਬਾ ਹੈ ਕਿਵੇਂ ਦਾ ਰਿਹਾ? ਕੀ ਸਮਝਦੇ ਹੋ ਕਿ ਠੀਕ ਹੈਗਾ? ਮੈਂ ਪਿਛਲੇ ਸਾਲ ਵੀ ਕੀਤਾ ਸੀ 1 ਵਿਗੇ ਤੇ 4 ਕਨਾਲ ਤੇ, ਉਹ ਵੀ ਕੁਝ ਸਹੀ ਸੀ, ਇਸ ਕਰਕੇ ਮੈਂ ਇਸ ਸਾਲ ਫਿਰ ਕਿੱਲੇ ਤੇ ਕਰ ਲਿਆ। ਅੱਗੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਵੀ ਜ਼ਿਆਦਾ। ਵਰਮੀ ਕੰਪੋਸਟ ਤੇ ਮੁਤਮਿਨ ਹੋ ਤੁਸੀਂ? ਮੁਤਮਿਨ ਹੈ, ਫਿਲਹਾਲ ਮੁਤਮਿਨ ਹੈ। ਵਰਤਨੇ ਵਰਮੀ ਕੰਪੋਸਟ ਦੇ ਬੈਗ ਤੁਸੀਂ ਇਹਦੇ ਤੇ ਪਾਏ ਲੈ? ਮੈਂ ਸਰ ਥੋੜਾ ਜਿਹਾ ਜਦੋਂ ਕਾਸ਼ਤ ਕੀਤੀ ਗੰਦਮ, ਮੈਂ ਥੋੜਾ ਜਿਹਾ ਪਰੇਸ਼ਾਨ ਸਾਂ, ਮੈਂ ਦੂਸਰੀ ਖਾਦ ਨਹੀਂ ਯੂਜ਼ ਕਰ ਸਕਿਆ, ਨਾ ਪਰਚੇਜ਼ ਕਰ ਸਕਿਆ। ਫਿਰ ਮੇਰੇ ਸ਼ਾਹ ਸਾਹਿਬ ਨਾਲ ਮੁਲਾਕਾਤ ਹੋਈ, ਸ਼ਾਹ ਸਾਹਿਬ ਨੇ ਮੈਨੂੰ ਦੱਸਿਆ ਮੈਂ ਕਾਰੋਬਾਰ ਸ਼ੁਰੂ ਕੀਤਾ। ਕਾਸਮ ਅਲੀ ਸ਼ਾਹ ਸਾਹਿਬ? ਕਾਸਮ ਅਲੀ ਸ਼ਾਹ ਸਾਹਿਬ ਕੋਲ ਜਹਾਨੀਆਂ ਤੋਂ। ਅੱਛਾ, ਉਹਨਾਂ ਨੇ ਮੈਨੂੰ ਮਸ਼ਵਰਾ ਦਿੱਤਾ ਵੀ ਇਹ ਖਾਦ ਲਓ, ਇਹਨੂੰ ਅੱਲਾ ਦਾ ਨਾਮ ਲੈ ਕੇ ਸ਼ੁਰੂ ਕਰੋ। ਮੈਂ ਲਿਆਂਦੀ, ਮੈਂ ਚੂੰਕਿ ਲੇਟ ਹੋ ਗਿਆ ਸਾਂ, ਮੇਰੀ ਕਾਸ਼ਤ ਹੈਗੀ 5 ਨਵੰਬਰ ਦੀ। 5 ਨਵੰਬਰ ਦੀ ਕਾਸ਼ਤ ਤੇ, ਔਰ 15 ਨਵੰਬਰ ਨੂੰ 15 ਜਨਵਰੀ ਨੂੰ ਮੇਰੀ ਸ਼ਾਹ ਸਾਹਿਬ ਨਾਲ ਮੁਲਾਕਾਤ ਹੋਈ। ਠੀਕ ਹੈ। 15 ਜਨਵਰੀ ਤੋਂ ਉਸੇ ਦਿਨ ਹੀ ਮੈਨੂੰ ਖਾਦ ਮਿਲ ਗਈ। ਮੈਂ ਖਾਦ 10 ਬੈਗ ਫੀ ਏਕੜ ਦੇ ਰੇਸ਼ੋ ਨਾਲ ਇਸਤੇਮਾਲ ਕੀਤੀ। ਅੱਲਾ ਦਾ ਸ਼ੁਕਰ ਹੈ, ਮੈਂ ਇਸ ਟਾਈਮ ਮੁਕੰਮਲ ਸੈਟੀਸਫਾਈਡ ਹਾਂ ਕਿ ਮੇਰੀ ਕੈਮੀਕਲ ਤੋਂ ਉਹ ਜਾਨ ਛੁੱਟੀ ਹੈ, ਔਰ ਉਹਨਾਂ ਤੋਂ ਬਗੈਰ ਮੇਰੀ ਉਸੇ ਤਰ੍ਹਾਂ ਹੀ ਅਗਰ ਮੈਂ ਕਿਸੇ ਬਾਹਰ ਫਾਰਮਰ ਨੂੰ ਦਿਖਾਵਾਂ ਤੇ ਉਹ ਇਹ ਨਹੀਂ ਕਹਿ ਸਕਦਾ ਕਿ ਇਹਦੀ ਡੀਏਪੀ ਪਈ ਹੈ ਕਿ ਨਹੀਂ। ਸਹੀ, ਨਾ ਡੀਏਪੀ ਨਾ ਨਾਈਟ੍ਰੋ ਨਾ ਕੁਝ ਦਿਸ ਦੈਟ ਕੁਝ ਵੀ ਨਹੀਂ ਹੈ। ਮਤਲਬ ਜਿਤਨਾ ਬਾਕੀ ਫਸਲਾਂ ਲੋਕਾਂ ਡੀਏਪੀ ਵਗੈਰਾ ਪਾਈ ਹੈ, ਹਾਂਜੀ ਇਹ ਤੁਹਾਡੇ ਸਾਹਮਣੇ ਸਾਰੇ ਉਹਨਾਂ ਦੇ ਬਰਾਬਰ ਖੜੀ ਹੈ, ਉਹਨਾਂ ਤੋਂ ਅੱਛੀ ਖੜੀ ਹੈ ਜਾਂ ਉਹਨਾਂ ਤੋਂ ਕਮਜ਼ੋਰ? ਉਹਨਾਂ ਤੋਂ ਮੇਰੀ ਨਜ਼ਰ ਵਿੱਚ ਅੱਛੀ ਖੜੀ ਹੈ। ਅੱਛਾ, ਮਾਸ਼ਾਅੱਲਾ, ਮੇਰੀ ਨਜ਼ਰ ਵਿੱਚ ਅੱਛੀ ਹੈ, ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਇਹਦੇ ਚ ਕੋਈ 2 ਨੰਬਰ ਹੀ ਤਾਂ ਹੈ ਨਹੀਂ, ਕੋਈ 2 ਰਾਏ ਵੀ ਨਹੀਂ ਹੈ। ਔਰ ਤੁਸੀਂ ਇਹਨਾਂ ਸਫਰ ਕਰਕੇ ਆਏ ਹੋ ਤੇ ਮੈਨੂੰ ਝੂਠ ਬੋਲਣ ਦੀ, ਆਪਣੀ ਖੇਤ ਤੇ ਝੂਠ ਬੋਲਣ ਦੀ ਜ਼ਰੂਰਤ। अस्सलाम वालेकुम सज्जनों, वर्मी कंपोस्ट सारियां खादां दा मुतबादिल। मतलब ये वे कि तुसी अगर अपनी फसल दे विच DAP पांदे हो, यूरिया पांदे हो, पोटाश पांदे हो, नाइट्रोफास पांदे हो, किसी भी खाद की ज़रूरत नहीं है अगर तुसी वर्मी कंपोस्ट यूज़ करते हो। और दूसरी गल, पहली गल कि सारियां खादां दा मुतबादिल वर्मी कंपोस्ट, दूसरी गल कि वर्मी कंपोस्ट अगर तुसी यूज़ करते हो तो तुहानू एवरेज भी ज़्यादा मिलेगी। ਇਹ ਸਾਰਾ किस तरह मुमकिन है? साढ़े नाल मेहमान मौजूद हैं, आओ सारी इन्फॉर्मेशन पूछ के तुहाडे नाल शेयर करते हैं। अस्सलाम वालेकुम। वालेकुम अस्सलाम सर, की हाल? जी अल्हम्दुलिल्लाह सर। अच्छा सर, तुसी ये फरमा रहे सो कि वर्मी कंपोस्ट अगर यूज़ किया जाए जी तो फिर किसी भी दूसरी खाद की जरूरत नहीं है? जी बिल्कुल। ਇਹ किस तरह मुमकिन है? ਵਰਮੀ ਕੰਪੋਸਟ ਦੇ ਕੁਦਰਤੀ ਖਾਦ ਹੈਗੀ ਹੈ, ਇਹਦੇ ਵਿੱਚ ਉਹ तमाम ਅਜਜ਼ਾ ਮੌਜੂਦ ਨੇ ਜਿਹੜੇ ਕਿ
ਇੱਕ ਫਸਲ ਨੂੰ ਚਾਹੀਦੇ ਹੁੰਦੇ ਨੇ ਜ਼ਮੀਨ ਦੇ ਅੰਦਰੋਂ। ਅੱਛਾ ਮੁਹਤਰਮ, ਇਹ ਫਰਮਾਓ ਕਿ ਵਰਮੀ ਕੰਪੋਸਟ ਜਿਹੜੀ ਹੈ, ਅਗਰ ਇੱਕ ਫਾਰਮਰ ਬਾਕੀ ਸਾਰੀਆਂ ਕੈਮੀਕਲਸ ਖਾਦਾਂ ਛੋੜ ਕੇ ਵਰਮੀ ਕੰਪੋਸਟ ਹੀ ਪਾਉਂਦਾ ਹੈ ਤੇ ਕਿਤਨੇ ਪੈਸਿਆਂ ਦੀ ਵਰਮੀ ਕੰਪੋਸਟ ਉਹਨੂੰ ਲੈਣੀ ਪਵੇਗੀ ਔਰ ਉਹਦੀ ਪ੍ਰੋਡਕਸ਼ਨ ਕਿਤਨੀ ਜ਼ਿਆਦਾ ਹੋਵੇਗੀ ਔਰ ਉਹਨੂੰ ਕਿਆ ਕਿਆ ਫਾਇਦੇ ਹਾਸਲ ਹੋਣਗੇ? ਇੱਕ ਆਮ ਕਿਸਾਨ ਜਿੰਨੀ ਕੈਮੀਕਲ ਫਰਟੀਲਾਈਜ਼ਰ ਡੀਏਪੀ, यूरिया, सल्फर, पोटाश वगैरह जितने रकम दी वो इस्तेमाल कर रहा, उन्नी ही रकम दी वर्मी कंपोस्ट अगर इस्तेमाल करे तो उदी फसल दी एवरेज बहुत अच्छी होगी। 8 तो 10 मन कन्फर्म एवरेज उदी ज़्यादा आएगी। फिर उदी ज़मीन दी जड़ी वो बेहतरी हो जाएगी ਤੇ ਆਰਗੈਨਿਕ ਫਸਲ ਸਾਡੇ ਕੋਲ ਉਹਦੇ ਕੋਲ ਕਿਸਾਨ ਕੋਲ ਮੌਜੂਦ ਹੋਵੇਗੀ। ਮਾਸ਼ਾਅੱਲਾ, ਜ਼ਬਰਦਸਤ। ਲਓ ਜੀ ਸੱਜਣੋ, 3 ਫਾਇਦੇ। ਸਭ ਤੋਂ ਪਹਿਲਾ ਫਾਇਦਾ ਕਿ 8 ਤੋਂ 10 ਮਣ ਪ੍ਰੋਡਕਸ਼ਨ ਉਹਦੀ ਜ਼ਿਆਦਾ ਹੋਵੇਗੀ। ਦੂਸਰੇ ਨੰਬਰ ਤੇ ਉਹਦੀ ਜ਼ਮੀਨ ਅੱਗੇ ਕੈਮੀਕਲ ਤੇ ਹਿਲ ਚੁੱਕੀ ਸੀ, ਉਹਦੇ ਚੋਂ ਕੈਮੀਕਲ ਖਤਮ ਹੋ ਜਾਏਗਾ ਜੀ। ਤੀਸਰੇ ਨੰਬਰ ਤੇ ਕਿ ਉਹ ਜਿਹੜਾ ਹੈ ਆਪਣਾ ਆਰਗੈਨਿਕ ਪ੍ਰੋਡਕਸ਼ਨ ਮਸਲਨ ਅਨਾਜ ਹੈ, ਗੰਦਮ ਜਿਹੜੀ ਉਹ ਸਾਰੀ ਆਰਗੈਨਿਕ ਹੋਏਗੀ। ਸਾਰੀ ਆਰਗੈਨਿਕ ਗੰਦਮ ਦੀ ਬੜੀ ਡਿਮਾਂਡ ਹੈ। ਇਹਦਾ ਮਤਲਬ ਹੈ ਜਹਾਨੀਆਂ ਚ ਆਰਗੈਨਿਕ ਗੰਦਮ ਵੀ ਮਿਲੇਗੀ। ਜੀ ਬਿਲਕੁਲ ਮਿਲੇਗੀ। ਮਾਸ਼ਾਅੱਲਾ, ਜ਼ਬਰਦਸਤ। ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਬੈੱਡ ਲਗਾਏ ਜਾਂਦੇ ਨੇ ਬਕਾਇਦਾ ਤੌਰ ਤੇ ਬੈੱਡ ਦੇ ਉੱਤੇ ਕਲਰ ਨੂੰ, ਗੋਬਰ ਨੂੰ ਖੁਸ਼ਕ ਕਰਕੇ ਲਗਾ ਦਿੱਤਾ ਜਾਂਦਾ ਹੈ ਔਰ ਉਹਦੇ ਵਿੱਚ ਕੈਚਵਾ ਛੋੜ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਜਦੋਂ ਇਹ ਤਿਆਰ ਹੋ ਜਾਂਦਾ ਹੈ ਸੱਜਣੋ, ਇਸ ਨੂੰ ਬੜੇ ਹੀ ਆਸਾਨ ਤਰੀਕੇ ਨਾਲ ਇਸ ਨੂੰ ਉਤਾਰਿਆ ਜਾਂਦਾ ਹੈ ਔਰ ਉਤਾਰ ਕੇ ਇਸ ਦੀ ਛਨਾਈ ਕੀਤੀ ਜਾਂਦੀ ਹੈ। ਛਨਾਈ ਵਾਸਤੇ ਸੱਜਣੋ ਇੱਕ ਅਲੱਗ ਤੋਂ ਮਸ਼ੀਨ ਰੱਖੀ ਗਈ ਹੈ। ਉਸ ਮਸ਼ੀਨ ਦੇ ਨਾਲ ਸਪਰੇਟਰ ਦੇ ਜ਼ਰੀਏ ਇਸ ਨੂੰ ਛਾਣ ਕੇ ਸਾਫ਼ ਸੁਥਰਾ ਕਰਕੇ ਇਹਦੇ 'ਚੋਂ ਜਿਤਨਾ ਵੀ ਗੋਬਰ ਵਗੈਰਾ ਉਸ ਨੂੰ ਕੱਢ ਦਿੱਤਾ ਜਾਂਦਾ ਹੈ। ਜਦੋਂ ਇਹ ਸਾਫ਼ ਸੁਥਰਾ ਹੋ ਜਾਂਦਾ ਹੈ ਸੱਜਣੋ, ਇਹ ਵੇਖ ਲਓ ਤੁਹਾਡੇ ਸਾਹਮਣੇ ਫਿਰ ਇਸ ਨੂੰ ਏਜੀ ਵਰਮਿੰਗ ਕੰਪੋਸਟ ਦਾ ਸਪੈਸ਼ਲ ਬੈਗ ਹੈ, ਉਸ ਬੈਗ ਦੇ ਅੰਦਰ ਪੈਕ ਕੀਤਾ ਜਾਂਦਾ ਹੈ ਔਰ ਇਸ ਨੂੰ ਅੰਦਰ ਇੱਕ ਛਾਪਰ ਲਾ ਕੇ ਔਰ ਉੱਤੇ ਇਸ ਦਾ ਇੱਕ ਤੋੜਾ ਲਾਇਆ ਜਾਂਦਾ ਹੈ ਔਰ ਪੈਕ ਕਰਕੇ ਜਿਤਨੇ ਵੀ ਸਾਡੇ ਕਲਾਇੰਟ ਹੁੰਦੇ ਨੇ ਅਸੀਂ ਉਸ ਨੂੰ ਜਾਂ ਇੱਥੇ ਫਾਰਵਰਡ ਕਰਦੇ ਹਾਂ। ਔਰ ਸੱਜਣੋ, ਅਗਰ ਤੁਸੀਂ ਆਪਣਾ ਵਰਮੀ ਕੰਪੋਸਟ ਖੁਦ ਤਿਆਰ ਕਰਦੇ ਹੋ ਤੇ ਸੱਜਣੋ ਇਹ ਬਿਲਕੁਲ ਫ੍ਰੀ ਵਿੱਚ ਪੈਂਦਾ ਹੈ। ਤੁਹਾਡੇ ਪਹਿਲੇ ਬੈੱਡ ਤੋਂ ਹੀ ਇਹ ਫ੍ਰੀ ਵਿੱਚ ਤੁਹਾਨੂੰ ਮਿਲਣਾ ਸਟਾਰਟ ਹੋ ਜਾਏਗਾ। ਸੱਜਣੋ, ਇਸ ਦਾ ਤਰੀਕਾਕਾਰ ਕੀ ਹੈ ਕਿ ਤੁਸੀਂ ਸਾਡੇ ਕੋਲੋਂ ਕੇਚੂਆ ਲੈਣਾ ਹੈ ਔਰ ਤੁਸੀਂ ਫ੍ਰੀ ਦੇ ਵਿੱਚ ਆਪਣੀ ਖਾਦ ਖੁਦ ਵੀ ਤਿਆਰ ਕਰ ਸਕਦੇ ਹੋ। ਕੇਚੂਆ ਕੀ ਹੁੰਦਾ? ਇੱਕ ਖਾਸ ਕਿਸਮ ਦਾ ਇਹ ਬਰੀਡ ਹੈ, ਆਸਟ੍ਰੇਲੀਆ ਦੀ ਐਜ਼ੀਨੀਆ ਫਡੀਟਾ ਦੇ ਨਾਮ ਤੇ ਹੈ, ਜਿਹੜੀ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ। ਇਹ ਤੁਸੀਂ ਸਿਰਫ ਲੈਣਾ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਗੋਬਰ ਆਪਣਾ ਜਾਨਵਰਾਂ ਦਾ ਹੋਏਗਾ ਔਰ ਖੁਸ਼ਕ ਪੱਤਾਜਾਤ ਦਰਖਤਾਂ ਦੇ ਔਰ ਜਾਨਵਰਾਂ ਦਾ ਬਚਿਆ ਖੁਚਿਆ ਚਾਰਾ ਉਹ ਉੱਤੇ ਡਾਲਣਾ ਹੁੰਦਾ ਹੈ ਔਰ ਉਹਦੇ ਵਿੱਚ ਇਸ ਨੂੰ ਤੁਸੀਂ ਛੋੜ ਕੇ ਆਪਣੀ ਫ੍ਰੀ ਦੇ ਵਿੱਚ ਖਾਦ ਤਿਆਰ ਕਰਕੇ ਮਹਿੰਗੀਆਂ ਖਾਦਾਂ ਤੋਂ ਜਾਨ ਛੁਡਵਾ ਸਕਦੇ ਹੋ। ਲਓ ਜੀ ਸੱਜਣੋ, ਇਸ ਵੀਡੀਓ